ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 273 ਨੰਬਰ ਅੰਗ ਜੀ। 3 ਬੰਦ ਹੋ ਚੁੱਕੇ ਨੇ ਆਪਣੇ। ਬ੍ਰਹਮ ਗਿਆਨੀ ਏਕ ਉਪਰਿਆਸ, ब्रह्म ज्ञानी का नहीं विनाश, ब्रह्म ज्ञानी कै गरीबी समाहा, ब्रह्म ज्ञानी पर उपकार उमहा, ब्रह्म ज्ञानी एक उपरियास, ब्रह्म ज्ञानी का नहीं विनाश, ब्रह्म ज्ञानी कै गरीबी समाहा, ब्रह्म ज्ञानी पार उपकार महा। ब्रह्म ज्ञानी है जो एक ऊपरी आस, ਉਹਦੀ ਇੱਕ ਦੇ ਉੱਤੇ ਹੀ ਆਸ ਹੋਵੇਗੀ, ਇੱਕ ਦਾ ਹੀ ਸਹਾਰਾ ਹੋਵੇਗਾ ਤੇ ਇੱਕ ਤੋਂ ਬਿਨਾਂ ਉਹ ਹੋਰ ਕਿਸੇ ਦਾ ਸਹਾਰਾ ਨਹੀਂ ਤੱਕੇਗਾ। ਇੱਕ ਦੇ ਉੱਤੇ ਭਰੋਸਾ ਬੱਝੇਗਾ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਵਿਨਾਸ਼ ਦਾ ਅਰਥ ਹੈ ਨਾਸ਼ ਹੋਣਾ। ਇਹ ਜਿਹੜਾ ਉਸ ਦਾ ਸੁਭਾਅ ਲਾ ਲਵੋ, ਉਹਦਾ ਇਸ ਦਾ ਗੁਣ ਲਾ ਲਵੋ, ਇਹ ਜਿਹੜੀ ਉਸ ਨੂੰ ਆਤਮਿਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਇਹ ਕਦੇ ਵੀ ਫਿਰ ਨਾਸ਼ ਨਹੀਂ ਹੋਣ ਵਾਲੀ, ਕਦੇ ਵੀ ਨਾਸ਼ ਨਹੀਂ ਹੁੰਦੀ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ। ਗਰੀਬੀ ਦਾ ਅਰਥ ਹੁੰਦਾ ਨਿਮਰਤਾ ਆ ਜਾਣੀ, ਭਾਵ ਇਹ ਮੰਨਣਾ ਵੀ ਮੇਰੇ ਕੋਲ ਕੁਝ ਵੀ ਨਹੀਂ। ਬ੍ਰਹਮ ਗਿਆਨੀ ਦੇ ਅੰਦਰ ਜਿਹੜੀ ਨਿਮਰਤਾ ਹੈ, ਨਿਮਰਤਾ ਦਾ ਗੁਣ ਸਮਾ ਜਾਂਦਾ ਹੈ ਅੰਦਰ, ਨਿਮਰਤਾ ਗਰੀਬੀ ਸਮਾ ਜਾਂਦੀ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਹਾ। ਪਰ ਉਪਕਾਰ ਦਾ ਆਪ ਜੀ ਨੂੰ ਪਤਾ ਹੈ, ਦੂਸਰਿਆਂ ਦੇ ਉੱਪਰ ਭਲਾ ਕਰਨਾ। ਤੇ ਉਸ ਦਾ ਜਿਹੜਾ ਸੁਭਾਅ ਹੈ, ਜਦੋਂ ਅੰਦਰ ਗਰੀਬੀ ਹੋਵੇਗੀ, ਨਿਮਰਤਾ ਹੋਵੇਗੀ, ਤੇ ਉਹ ਫਿਰ ਦੂਸਰਿਆਂ ਦਾ ਭਲਾ ਕਰਨਾ ਹੀ ਲੋਚਦਾ ਹੈ। ਇਹਦੇ ਵਿੱਚ ਹੀ ਉਹ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ। ਉਮਹਾ ਦਾ ਅਰਥ ਹੁੰਦਾ ਹੈ ਖੁਸ਼ੀ ਖੇੜਾ, ਪ੍ਰਸੰਨ ਹੋਣਾ। ਇੱਥੇ 6 ਨੰਬਰ ਦੇ ਉੱਤੇ ਉਮੰਗ, ਉਤਸ਼ਾਹ, ਪਰ ਉਪਕਾਰ ਦਾ ਚਾਅ ਹੁੰਦਾ ਹੈ, ਭਾਵ ਉਹਨੂੰ ਉਸ ਚੀਜ਼ ਦੇ ਵਿੱਚੋਂ ਹੀ ਖੁਸ਼ੀ ਮਿਲਦੀ ਹੈ ਕਿ ਮੈਂ ਦੂਸਰਿਆਂ ਦਾ ਭਲਾ ਕਰਾਂ। ਹਮੇਸ਼ਾ ਉਹ ਦੂਸਰਿਆਂ ਦਾ ਭਲਾ ਕਰਨਾ ਹੀ ਲੋਚਦਾ ਹੈ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਹੁਣ ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਧੰਦੇ ਦਾ ਅਰਥ ਹੈ ਜੰਜਾਲ। ਤੇ ਜੋ ਬ੍ਰਹਮ ਗਿਆਨੀ ਹੈ, ਜਿਹਦੇ ਤੇ ਗੁਰੂ ਨੇ ਕਿਰਪਾ ਕੀਤੀ, ਬ੍ਰਹਮ ਦਾ ਗਿਆਨ ਬਖਸ਼ਿਆ, ਉਹ ਫਿਰ ਮਾਇਆ ਦੇ ਜੰਜਾਲਾਂ ਤੋਂ ਪਰੇ ਰਹਿੰਦਾ ਹੈ। ਮਾਇਆ ਦੇ ਜੰਜਾਲ ਉਸ ਨੂੰ ਆਪਣੇ ਜਾਲ ਦੇ ਵਿੱਚ ਨਹੀਂ ਫਸਾ ਸਕਦੇ। ਬ੍ਰਹਮ ਗਿਆਨੀ ਲਈ ਧਾਵਤ ਬੰਦਾ। ਬੰਦਾ ਦਾ ਅਰਥ ਹੈ ਬੰਧਨ। ਧਾਵਤ ਉਹਦੇ ਤੋਂ ਛੁੱਟ ਜਾਂਦਾ, ਦੌੜ ਜਾਂਦੇ ਨੇ।
ਤੇ ਜਿਹਦੇ ਵੱਲ ਮਨ ਦੌੜਦਾ, ਬੰਦੇ ਦਾ ਮਨ ਵਿਕਾਰਾਂ ਵੱਲ ਦੌੜੇਗਾ। ਤੇ ਬ੍ਰਹਮ ਗਿਆਨੀ ਦੇ ਕੋਲ ਇਹ ਤਾਕਤ ਹੁੰਦੀ ਹੈ ਵੀ ਉਹ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ। ਸਭ ਤੋਂ ਔਖੀ ਖੇਡ ਹੈ ਮਨ ਨੂੰ ਕਾਬੂ ਕਰਨਾ, ਤੇ ਮਨੁੱਖ ਦੀ ਭੱਜ ਦੌੜ ਵੀ ਇਹਦੇ ਪਿੱਛੇ ਲੱਗੀ ਹੋਈ ਹੈ। ਕਈ ਵਾਰੀ ਮਨੁੱਖ ਇੱਥੋਂ ਤੱਕ ਮਨ ਇੰਨਾ ਕੁ ਚੰਚਲ ਹੈ ਵੀ ਬਾਬਾ ਕਬੀਰ ਸਾਹਿਬ ਜੀ ਨੇ ਇੱਥੋਂ ਤੱਕ ਬਾਣੀ ਦੇ ਅੰਦਰ ਕਹਿ ਦਿੱਤਾ ਵੀ ਭਾਈ ਸੰਤੋ ਮਨ ਪਵਨੈ ਸੁਖ ਬਣਿਆ। ਪਵਨ ਜਿਵੇਂ ਚੱਲਦੀ ਰਹਿੰਦੀ ਹੈ, ਹਵਾ ਨਿਰੰਤਰ ਚੱਲਦੀ ਰਹੇਗੀ, ਕਦੇ ਵੀ ਬੰਦ ਨਹੀਂ ਹੁੰਦੀ। ਤੇ ਇਸੇ ਪ੍ਰਕਾਰ ਜਿਹੜਾ ਮਨ ਹੈ, ਮਨ ਦੇ ਵਿਚਾਰ ਹਮੇਸ਼ਾ ਚੱਲਦੇ ਰਹਿੰਦੇ ਨੇ। ਕਦੇ ਵੀ ਵੇਖ ਲਓ, ਭਾਵੇਂ ਤੁਸੀਂ ਸਤ ਸੰਗਤ ਕਰ ਰਹੇ ਹੋ, ਇਹਦੇ ਵਿੱਚ ਵੀ ਸਾਡਾ ਮਨ ਪਤਾ ਨਹੀਂ ਕਿੰਨੀਆਂ ਕੁ ਵਿਚਾਰ, ਕਿੰਨਾ ਕੁ ਤਰੰਗਾਂ ਜਿਹੜੀਆਂ ਅੰਦਰੋਂ ਪੈਦਾ ਹੋ ਰਹੀਆਂ ਨੇ। ਕਈ ਵਾਰੀ ਬੈਠੇ ਅਸੀਂ ਗੁਰੂ ਦੇ ਦਰ ਦੇ ਉੱਤੇ ਹੁੰਨੇ ਆ, ਪਰ ਸਾਡਾ ਧਿਆਨ ਕਿਤੇ ਹੋਰ ਹੁੰਦਾ ਹੈ। ਇਹੀ ਗੱਲ ਸੀ ਨਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਪੜ੍ਹਦੇ ਆ, ਉੱਥੇ ਇੱਕ ਆਪਾਂ ਘਟਨਾ ਸੁਣਨੇ ਆ ਹਾਜ਼ਰ ਤੇ ਗੈਰ ਹਾਜ਼ਰ ਵਾਲੀ। ਤੇ ਜਿਹਨੂੰ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਦਰੋਂ ਸੁਲਤਾਨਪੁਰ ਲੋਧੀ ਵਾਲੀ ਘਟਨਾ ਵੀ ਪੜ੍ਹਦੇ ਹੋ। ਵੀ ਮੈਂ ਜ਼ਿਆਦਾ ਡੂੰਘਾਈ ਦੇ ਵਿੱਚ ਨਹੀਂ ਜਾਵਾਂਗਾ, ਕੇਵਲ ਸਮਝਾਉਣ ਦਾ ਯਤਨ। ਕਾਜੀ ਨੂੰ ਸਵਾਲ ਕੀਤਾ, ਕਾਜੀ ਸਾਹਿਬ ਤੁਹਾਡਾ ਮਨ ਕਿੱਥੇ ਹੈ? ਆਖਣ ਲੱਗੇ ਨਵਾਬ ਜੀ ਕਹਿੰਦੇ ਵੀ ਮੇਰੇ ਨਾਲ ਪੜ੍ਹ ਲੈਣਾ ਸੀ। ਤੇ ਸਤਿਗੁਰੂ ਜੀ ਕਹਿੰਦੇ ਨਵਾਬ ਜੀ ਤੁਹਾਡਾ ਵੀ ਮਨ ਨਮਾਜ਼ ਦੇ ਵਿੱਚ ਨਹੀਂ ਸੀ। ਤੇ ਉਹੀ ਗੱਲ 10ਵੇਂ ਪਾਤਸ਼ਾਹ ਜੀ ਦੇ ਸਮੇਂ ਹੁੰਦੀ ਹੈ, ਜਦੋਂ ਕੁਝ ਸਿੱਖਾਂ ਦੇ ਮਨ ਦੇ ਵਿੱਚ ਚਾਹ ਪੈਦਾ ਹੋਇਆ ਵੀ ਕੁਝ ਦੂਰੀ ਦੇ ਉੱਪਰ ਡਰਾਮਾ ਚੱਲ ਰਿਹਾ ਹੈ, ਤਮਾਸ਼ਾ ਹੋ ਰਿਹਾ ਹੈ, ਤੇ ਅਸੀਂ ਜਾ ਕੇ ਵੇਖ ਆਉਂਦੇ ਹਾਂ। ਤੇ ਉਹ ਚਲੇ ਗਏ, ਕੁਝ ਕੁ ਤੇ ਚਲੇ ਗਏ, ਪਰ ਉੱਥੇ ਪਹੁੰਚੇ ਤਮਾਸ਼ੇ ਦੇ ਉੱਪਰ ਨੇ, ਪਰ ਮਨ ਦੇ ਵਿੱਚ ਡਰ ਲੱਗਾ ਹੈ ਪਿੱਛੋਂ ਕੋਈ ਸ਼ਿਕਾਇਤ ਨਾ ਕਰ ਦੇਵੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਦੱਸ ਨਾ ਦੇਵੇ। ਮਨ ਇੱਥੇ ਹਾਜ਼ਰ ਸੀ। ਤੇ ਜਿਹੜੇ ਹੁਣ ਪੈਰੇ ਦੇ ਉੱਪਰ ਸਨ, ਪੈਰੇ ਵਾਲਿਆਂ ਨੂੰ ਹੁਣ ਇਹ ਸੀ ਵੀ ਜੇਕਰ ਅਸੀਂ ਵੀ ਚਲੇ ਜਾਂਦੇ ਕਿਹੜਾ ਕਿਸੇ ਨੇ ਦੱਸਣਾ ਸੀ। ਉਹ ਹਾਜ਼ਰ ਹੁੰਦਿਆਂ ਹੋਇਆਂ ਵੀ ਗੈਰ ਹਾਜ਼ਰ ਨੇ, ਤੇ ਜਿਹੜੇ ਗੈਰ ਹਾਜ਼ਰ ਨੇ ਉਹ ਗੈਰ ਹਾਜ਼ਰ ਹੁੰਦਿਆਂ ਵੀ ਹਾਜ਼ਰ ਨੇ। ਇਹੀ ਗੱਲ ਹੈ। ਕਈ ਵਾਰੀ ਮਨੁੱਖ ਘਰ ਦੇ ਵਿੱਚ ਬੈਠਾ ਹੋਇਆ ਵੀ ਹਾਜ਼ਰ ਹੋ ਜਾਂਦਾ ਗੁਰੂ ਦੇ ਦਰ ਦੇ ਉੱਤੇ। ਵੀ ਜਿਹੜਾ ਗੁਰਦੁਆਰੇ ਗਿਆ, ਸਾਡੇ ਹੁਣ ਪਰਿਵਾਰ ਦੇ ਵਿੱਚੋਂ ਅਸੀਂ ਆਏ ਆ, ਸਾਡਾ ਧਿਆਨ ਘਰ ਹੋਵੇਗਾ ਵੀ ਜੇਕਰ ਘਰ ਹੁੰਦੇ ਵੀ ਅਸੀਂ ਆ ਗੱਲਾਂ ਕਰਦੇ ਹੁੰਦੇ। ਤੇ ਜੇਕਰ ਕੋਈ ਹੁਣ ਸੋਚੇ ਵੀ ਮੇਰੇ ਨਾਲ ਦਾ ਚਲਾ ਗਿਆ, ਗੁਰਦੁਆਰੇ ਗਿਆ, ਤੇ ਜੇਕਰ ਮੈਂ ਵੀ ਚਲਾ ਜਾਂਦਾ, ਮੈਂ ਵੀ ਸਤ ਸੰਗਤ ਕਰਦਾ ਹੁੰਦਾ। ਵੀ ਇਹੀ ਚੀਜ਼ ਹੈ ਨਾ, ਵੀ ਉਹ ਘਰ ਬੈਠਾ ਹੋਇਆ ਉਹਦਾ ਧਿਆਨ ਗੁਰਦੁਆਰੇ ਵੱਲ ਹੈ, ਤੇ ਅਸੀਂ ਕਈ ਵਾਰੀ ਗੁਰੂ ਘਰ ਬੈਠੇ ਹੋਏ ਵੀ ਗੈਰ ਹਾਜ਼ਰ ਹਾਂ। ਤੇ ਇਹੀ ਗੱਲ ਹੈ ਵੀ ਸਾਡਾ ਜਿਹੜਾ ਮਨ ਹੈ, ਮਨ ਭਟਕਦਾ ਹੈ, ਮਨ ਦੇ ਵਿੱਚ ਤਰੰਗਾਂ ਪੈਦਾ ਹੋ ਰਹੀਆਂ ਨੇ। ਸਰੀਰ ਦੇ ਅਸੀਂ ਰਾਤ ਨੂੰ ਕਈ ਵਾਰੀ ਵੇਖਦੇ ਹਾਂ, ਸਾਰੇ ਅੰਗ ਸੋ ਜਾਂਦੇ ਨੇ, ਪਰ ਮਨ ਕਦੇ ਸੌਂਦਾ? ਅਸੀਂ ਜਿਸ ਨੂੰ ਸੁਪਨਾ ਕਹਿੰਦੇ ਹਾਂ, ਸੁਪਨਾ ਵੀ ਉਹੀ ਚੀਜ਼ ਹੈ ਨਾ, ਵੀ ਮਨ ਚੱਲਦਾ ਰਹਿੰਦਾ, ਮਨ ਆਪਣੀ ਕਿਰਿਆ ਕਰ ਰਿਹਾ, ਉਹ ਕਦੇ ਵੀ ਸੌਂਦਾ ਨਹੀਂ। ਤੇ ਇਹਨੂੰ ਹੀ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਪਹਿਲਾਂ ਇਹਨੂੰ ਸਾਰਾ ਨਕੰਮਾ ਕਹਿੰਦੇ ਸਨ, ਵੀ ਮਨ ਨਕੰਮਾ, ਮਨ ਕੁਝ ਨਹੀਂ ਕਰਦਾ। ਹੁਣ ਕੁਝ ਕਰਨ ਜੋਗਾ ਹੋ ਗਿਆ। ਕਿ ਜਦੋਂ ਦਾ ਗੁਰੂ ਦੇ ਨਾਲ ਜੁੜਿਆ, ਇਹ ਮਨ ਟਿਕ ਗਿਆ ਤੇ ਜ਼ਿੰਦਗੀ ਦੇ ਵਿੱਚ ਸੁੱਖ ਬਣ ਗਿਆ। ਤੇ ਇਹੀ ਗੱਲ ਜਿਹੜੀ ਵਿਚਾਰ ਹੈ ਵੀ ਬ੍ਰਹਮ ਗਿਆਨੀ ਦਾ ਜਿਹੜਾ ਮਨ ਹੈ, ਉਹਦੇ ਹੱਥ ਦੇ ਵਿੱਚ ਹੁੰਦਾ ਵੀ ਉਹ ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਕਰ ਲੈਂਦਾ ਹੈ, ਕਾਬੂ ਦੇ ਵਿੱਚ ਕਰ ਲੈਂਦਾ ਹੈ। ਜਿੰਨੇ ਸਮੇਂ ਤੱਕ ਕੰਟਰੋਲ ਦੇ ਵਿੱਚ ਰਹੇਗਾ, ਉਨੇ ਸਮੇਂ ਤੱਕ ਮਾੜੇ ਵਿਚਾਰ ਸਾਡੇ ਮਨ 'ਚ ਨਹੀਂ ਪੈਦਾ ਹੋਣਗੇ। ਜਦੋਂ ਕੋਈ ਵੀ ਚੀਜ਼ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਤੇ ਉਹ ਨੁਕਸਾਨਦੇਹੀ ਹੁੰਦੀ ਹੈ। ਜਿੰਨੇ ਸਮੇਂ ਤੱਕ ਕੰਟਰੋਲ ਦੇ ਵਿੱਚ ਹੈ, ਉਨੇ ਸਮੇਂ ਤੱਕ ਉਹ ਲਾਭਕਾਰੀ ਹੈ। ਭਾਵੇਂ ਕੋਈ ਗੱਡੀ ਹੈ, ਭਾਵੇਂ ਕੋਈ ਬਾਈਕ ਹੈ, ਭਾਵੇਂ ਕੋਈ ਟਰੱਕ ਹੈ, ਭਾਵੇਂ ਬੱਸ ਹੈ, ਇਹੀ ਆਪਾਂ ਚੀਜ਼ ਸਮਝ ਲਈਏ ਕੰਟਰੋਲ ਦੇ ਵਿੱਚ ਹੈ। ਰੇਸ ਦੇ ਉੱਪਰ ਸਾਡਾ ਪੈਰ ਹੈ, ਬ੍ਰੇਕ ਦੇ ਉੱਪਰ ਪੈਰ ਹੈ, ਸਾਡੇ ਕੰਟਰੋਲ 'ਚ। ਤੇ ਜੇਕਰ ਕਿਤੇ ਬ੍ਰੇਕ ਫੇਲ ਹੋ ਜਾਵੇ,
ਕੰਟਰੋਲ ਤੋਂ ਬਾਹਰ, ਉਹਨੂੰ ਅਸੀਂ ਕਹਿੰਦੇ ਆ ਵੀ ਹੁਣ ਨੁਕਸਾਨ ਹੋ ਸਕਦਾ ਹੈ। ਤੇ ਜਦੋਂ ਤੱਕ ਮਨ ਸਾਡੇ ਕੰਟਰੋਲ ਦੇ ਵਿੱਚ ਹੈ ਤੇ ਮਨ ਦੇ ਵਿੱਚ ਮਾੜੇ ਵਿਚਾਰ ਨਹੀਂ ਪੈਦਾ ਹੋਣਗੇ। ਤੇ ਜਦੋਂ ਮਨ ਬੇਕੰਟਰੋਲ ਹੋ ਗਿਆ, ਕੰਟਰੋਲ ਤੋਂ ਬਾਹਰ ਹੈ, ਤੇ ਇਹੀ ਮਨ ਹੈ ਵੀ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਦੇ ਸਕਦਾ ਹੈ। ਇਹੀ ਗੱਲ ਹੋਈ ਸੀ ਨਾ ਵੀ ਕਿਸੇ ਲਿਖਾਰੀ ਨੇ ਗੱਲ ਲਿਖੀ ਹੈ, ਕਹਿੰਦੇ ਵੀ ਕੁਝ ਵਿਦਵਾਨ ਸੱਜਣ ਇਕੱਠੇ ਬੈਠੇ ਤੇ ਪੁੱਛਿਆ ਗਿਆ ਵੀ ਸਭ ਤੋਂ ਸ਼ੈਤਾਨ ਕਿਹੜੀ ਚੀਜ਼ ਹੈ, ਸਭ ਤੋਂ ਡਰ ਜਾ ਕੇ ਬੰਦੇ ਨੂੰ ਕਿਸ ਚੀਜ਼ ਤੋਂ ਹੈ। ਕਿਸੇ ਨੇ ਆਖਿਆ ਵੀ ਸ਼ੇਰ ਤੋਂ ਸਭ ਤੋਂ ਜ਼ਿਆਦਾ ਡਰ ਹੈ, ਕੋਈ ਆਖਣ ਲੱਗਾ ਹਾਥੀ ਬੜਾ ਬਲਵਾਨ ਹੈ, ਤੇ ਇੱਕ ਬੰਦੇ ਨੇ ਆਖਿਆ ਵੀ ਬੰਦੇ ਦੇ ਮਨ ਤੋਂ ਜ਼ਿਆਦਾ ਖਤਰਨਾਕ ਕੋਈ ਵੀ ਚੀਜ਼ ਨਹੀਂ। ਇਹ ਕੋਈ ਪਰਮਾਣੂ ਬੰਬ ਬਣੇ ਨੇ, ਜੋ ਵੀ ਖਤਰਨਾਕ ਚੀਜ਼ਾਂ ਬਣੀਆਂ ਨੇ, ਇਹ ਬੰਦੇ ਦੀ ਕਾਢ ਹੈ ਨਾ, ਹੋਰ ਤੇ ਕਿਸੇ ਨੇ ਨਹੀਂ ਕੀਤੀ। ਇੱਕ ਇਹੋ ਜਿਹੀ ਚੀਜ਼ ਇੱਕ ਜਗ੍ਹਾ ਦੇ ਉੱਤੇ ਵਗਾ ਦਈਏ, ਪਤਾ ਨਹੀਂ ਕਿੰਨਾ ਕੁ ਜ਼ਿਆਦਾ ਨੁਕਸਾਨ ਕਰ ਦੇਵੇਗੀ। ਫਿਰ ਬੰਦੇ ਦਾ ਮਨ ਸ਼ੈਤਾਨ ਹੋਇਆ, ਹੋਰ ਕੀ ਹੋਇਆ। ਤੇ ਜਦੋਂ ਤੱਕ ਇਹ ਕੰਟਰੋਲ ਦੇ ਵਿੱਚ ਹੈ, ਉਦੋਂ ਤੱਕ ਬੰਦੇ ਦੇ ਅੰਦਰ ਮਾੜੀਆਂ ਵਿਚਾਰਾਂ ਨਹੀਂ ਪੈਦਾ ਹੋਣਗੀਆਂ। ਤੇ ਜਦੋਂ ਇਹ ਬੇਕਾਬੂ ਹੋ ਗਿਆ ਤੇ ਇਸੇ ਹੀ ਮਨ ਦੇ ਵਿੱਚ ਵਿਕਾਰਾਂ ਦੇ ਪਰਥਾਏ ਤਰੰਗਾਂ ਪੈਦਾ ਹੋਣਗੀਆਂ। ਤੇ ਇੱਥੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਬ੍ਰਹਮ ਗਿਆਨੀ ਲਈ ਧਾਵਤ ਬੰਧਾ, ਧਾਵਤ ਹੈ ਬੰਨ ਲੈਣਾ ਕਿਸੇ। ਬ੍ਰਹਮ ਗਿਆਨੀ ਨੇ ਆਪਣੇ ਮਨ ਨੂੰ ਕਾਬੂ ਦੇ ਵਿੱਚ ਕਰ ਲਿਆ, ਵਿਕਾਰਾਂ ਦੇ ਵੱਲੋਂ ਰੋਕ ਲੈਂਦਾ ਹੈ। ਬ੍ਰਹਮ ਗਿਆਨੀ ਕੈ ਹੋਈ ਸੋ ਭਲਾ, ਬ੍ਰਹਮ ਗਿਆਨੀ ਸਫਲ ਫਲਾ, ਬ੍ਰਹਮ ਗਿਆਨੀ ਕੈ ਹੋਈ ਸੋ ਭਲਾ। ਹੁਣ ਜੋ ਪ੍ਰਮਾਤਮਾ ਕਰ ਰਿਹਾ ਹੈ, ਇਸ ਚੀਜ਼ ਨੂੰ, ਇਸ ਰਜਾ ਨੂੰ ਬ੍ਰਹਮ ਗਿਆਨੀ ਸਦਾ ਭਲਾ ਮੰਨਦਾ ਹੈ, ਸਦਾ ਭਲਾ ਸਮਝੇਗਾ। ਤੇ ਬ੍ਰਹਮ ਗਿਆਨੀ ਸੋ ਫਲ ਫਲਾ, ਸੋ ਫਲ ਸਭ ਤੋਂ ਸ੍ਰਿਸ਼ਟ ਫਲ। ਤੇ ਸਭ ਤੋਂ ਸ੍ਰਿਸ਼ਟ ਫਲ ਕੀ ਹੈ? ਸਾਡਾ ਮਨੁੱਖਾ ਜੀਵਨ। ਤੇ ਉਹ ਆਪਣੇ ਜਿਹੜੇ ਮਨੁੱਖਾ ਜੀਵਨ ਨੂੰ ਸਫਲਾ ਕਰ ਲੈਂਦਾ, ਕਾਮਯਾਬ ਬਣਾ ਲੈਂਦਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਸੰਗ, ਹੁਣ ਇਹੋ ਜਿਹੇ ਮਨੁੱਖ ਦਾ, ਕੋਈ ਗੁਰਮੁਖ ਜਨ ਦਾ ਕੋਈ ਸੰਗ ਕਰੇ, ਉਹਦਾ ਨਿਸਤਾਰਾ ਹੋ ਜਾਂਦਾ ਹੈ। ਸਗਲ ਉਧਾਰ, ਸਾਰਿਆਂ ਦਾ ਨਿਸਤਾਰਾ ਹੋ ਗਿਆ। ਨਾਨਕ ਹੀ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਇਸ ਬ੍ਰਹਮ ਗਿਆਨੀ ਦੀ ਕਿਰਪਾ ਦੇ ਨਾਲ, ਗੁਰਮੁਖਾਂ ਦੀ ਕਿਰਪਾ ਦੇ ਨਾਲ ਸਾਰਾ ਜਿਹੜਾ ਸੰਸਾਰ ਹੈ ਉਹ ਪ੍ਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਜੁੜਿਆ ਹੋਇਆ ਹੈ। ਸਗਲ ਸਾਰਾ ਸੰਸਾਰ ਜੁੜਿਆ ਹੋਇਆ ਹੈ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸਹਿ ਪ੍ਰਭ ਸੰਗ। ਹੁਣ ਬ੍ਰਹਮ ਗਿਆਨੀ ਦਾ ਇੱਕ ਦੇ ਨਾਲ ਪਿਆਰ ਹੈ, ਇੱਕ ਦੇ ਉੱਤੇ ਭਰੋਸਾ ਹੈ। ਰੰਗ ਦਾ ਅਰਥ ਅਸੀਂ ਪਿਆਰ ਕਰਦੇ ਹਾਂ ਨਾ, ਵੀ ਇੱਕ ਹੈ, ਇੱਕ ਹੈ ਅਕਾਲ ਪੁਰਖ ਪਰਮਾਤਮਾ, ਉਹਦਾ ਇੱਕ ਦੇ ਉੱਤੇ ਭਰੋਸਾ ਹੈ, ਇੱਕ ਦੇ ਨਾਲ ਪਿਆਰ ਹੈ। ਬ੍ਰਹਮ ਗਿਆਨੀ ਕੈ ਬਸਹਿ ਪ੍ਰਭ ਸੰਗ। ਤੇ ਇਸ ਜੇ ਗੁਰਮੁਖ ਜਨਾਂ ਦੇ ਨੇੜੇ ਤੇੜੇ ਹੀ ਅੰਗ ਸੰਗ ਹੀ ਪ੍ਰਮਾਤਮਾ ਵਸਦਾ ਹੈ, ਉਹਦੇ ਅੰਦਰ ਹੀ ਪ੍ਰਮਾਤਮਾ ਵਸ ਰਿਹਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਤੇ ਉਹਦੇ ਜੀਵਨ ਦਾ ਜਿਹੜਾ ਆਸਰਾ ਹੈ, ਆਧਾਰ ਦਾ ਅਰਥ ਹੈ ਆਸਰਾ, ਸਹਾਰਾ। ਪ੍ਰਮਾਤਮਾ ਦਾ ਨਾਮ ਹੀ ਉਹਦੇ ਜੀਵਨ ਦਾ ਸਹਾਰਾ ਹੁੰਦਾ ਹੈ। ਤੇ ਉਹਦੇ ਲਈ ਪ੍ਰਮਾਤਮਾ ਦਾ ਨਾਮ ਹੀ ਪਰਿਵਾਰ ਬਣ ਜਾਂਦਾ ਹੈ। ਤੇ ਇਹੀ ਗੱਲ ਹੈ ਨਾ ਵੀ ਜਦੋਂ ਤੀਜੇ ਪਾਤਸ਼ਾਹ ਦੀ ਬਾਣੀ ਨੂੰ ਆਪਾਂ ਪੜ੍ਹਦੇ ਹਾਂ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੀ ਵਿੱਚ ਆਵੇ। ਵੀ ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਭਰਾ ਹੈ, ਉਹੀ ਮੇਰਾ ਰਿਸ਼ਤੇਦਾਰ ਹੈ, ਸਾਕ ਸੰਬੰਧੀ ਹੈ, ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਚੱਲ ਰਿਹਾ ਹੈ, ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ। ਫਿਰ ਪਰਿਵਾਰ ਬਣ ਗਿਆ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲ ਰਿਹਾ ਉਹ ਭਰਾ ਹੈ, ਉਹੀ ਮੇਰਾ ਰਿਸ਼ਤੇਦਾਰ ਹੈ, ਸਾਕ ਸੰਬੰਧੀ ਹੈ।
ਤੇ ਇਸ ਚੀਜ਼ ਨੂੰ ਹੀ ਅਸੀਂ ਪਰਿਵਾਰ ਕਹਿੰਦੇ ਹਾਂ ਵੀ ਇਹੀ ਚੀਜ਼ ਪਰਿਵਾਰ ਹੈ। ਤੇ ਗੁਰਮੁਖ ਜਨ ਹੈ ਜਿਹੜਾ, ਉਹਦਾ ਪ੍ਰਮਾਤਮਾ ਦਾ ਨਾਮ ਹੀ ਉਹਦਾ ਪਰਿਵਾਰ ਬਣ ਜਾਂਦਾ ਹੈ, ਉਹਦਾ ਆਸਰਾ ਬਣ ਜਾਂਦਾ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਤੇ ਬ੍ਰਹਮ ਗਿਆਨੀ ਸਦਾ ਹੀ ਵਿਕਾਰਾਂ ਦੇ ਵੱਲੋਂ ਜਾਗਦਾ ਰਹਿੰਦਾ ਹੈ, ਮਨ ਦੇ ਤੌਰ ਤੇ ਸਦਾ ਸੁਚੇਤ ਰਹੇਗਾ, ਸਦਾ ਜਾਗਦਾ ਰਹੇਗਾ, ਸਦਾ ਐਕਟਿਵ ਰਹੇਗਾ ਇਸ ਚੀਜ਼ ਦੇ ਪ੍ਰਥਾਏ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਅਹੰ ਦਾ ਅਰਥ ਹੰਕਾਰ। ਉਹਨੇ ਆਪਣੀ ਹੰਕਾਰ ਨੂੰ, ਅਭਿਮਾਨ ਨੂੰ ਕਿਉਂਕਿ ਤਿਆਗ ਦਿੱਤਾ ਹੈ, ਆਪਾ ਭਾਵ ਨੂੰ ਖਤਮ ਕਰ ਦਿੱਤਾ ਹੈ, ਇਸ ਚੀਜ਼ ਨੂੰ ਤਿਆਗ ਦਿੱਤਾ ਹੈ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਹੁਣ ਬ੍ਰਹਮ ਗਿਆਨੀ ਦਾ ਜਿਹੜਾ ਮਨ ਹੈ, ਮਨ ਦੇ ਵਿੱਚ ਪਰਮਾਨੰਦ, ਸਦਾ ਖੁਸ਼ੀ ਦੇਣ ਵਾਲਾ, ਸਦਾ ਸੁਖ ਦੇਣ ਵਾਲਾ ਪ੍ਰਮਾਤਮਾ ਵਸਦਾ ਹੈ। ਉਹ ਵਸ ਰਿਹਾ ਪਰਮਾਨੰਦ, ਸਦਾ ਖੁਸ਼ੀ ਦੇਣ ਵਾਲਾ, ਸੁਖ ਦੇਣ ਵਾਲਾ, ਜਿਹਨੂੰ ਅਸੀਂ ਪਰਮ ਆਨੰਦ ਵੀ ਕਹਿ ਸਕਦੇ ਹਾਂ। ਪਰਮ ਆਨੰਦ, ਜੇਕਰ ਇਹਨੂੰ ਵੇਖਣਾ ਹੋਵੇ, ਸਮਝਣਾ ਹੋਵੇ, ਪਰਮ ਪਲੱਸ ਆਨੰਦ। ਪਰਮ ਸਭ ਤੋਂ ਸ੍ਰਿਸ਼ਟ, ਆਨੰਦ ਦਾ ਅਸੀਂ ਅਰਥ ਕਰਨੇ ਆ ਖੁਸ਼ੀ ਖੇੜਾ, ਸੁਖ ਜ਼ਿੰਦਗੀ ਦੇ ਵਿੱਚ। ਮਨ ਨੂੰ ਸਿਆਰੀ ਲੱਗੀ ਹੋਈ ਹੈ ਮਨ ਵਿੱਚ। ਬ੍ਰਹਮ ਗਿਆਨੀ ਦਾ ਮਨ, ਜਿਹੜੇ ਬ੍ਰਹਮ ਗਿਆਨੀ ਹੈ, ਉਹਦੇ ਮਨ ਦੇ ਵਿੱਚ ਸਦਾ ਸੁਖ ਦੇਣ ਵਾਲਾ, ਸਦਾ ਪ੍ਰਸੰਨ ਕਰਨ ਵਾਲਾ ਪਰਮਾਤਮਾ ਵਸਦਾ ਹੈ। ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ। ਤੇ ਫਿਰ ਜਦੋਂ ਪਰਮਾਤਮਾ ਆ ਕੇ ਵਸ ਗਿਆ ਤੇ ਫਿਰ ਅੰਦਰ ਸਦਾ ਦੇ ਲਈ ਖੇੜਾ ਹੋਵੇਗਾ। ਜੋ ਆਨੰਦ ਸਾਨੂੰ ਇਸ ਸੰਸਾਰ ਦੀਆਂ ਚੀਜ਼ਾਂ ਤੋਂ ਨਹੀਂ ਮਿਲਦਾ, ਉਹ ਜਿਹੜਾ ਆਨੰਦ ਹੈ ਅਸਲ ਦੇ ਵਿੱਚ ਗੁਰੂ ਦੇ ਕੋਲੋਂ ਆ ਕੇ ਮਿਲਦਾ ਹੈ। ਜਿਹਨੂੰ ਅਸੀਂ ਪੜ੍ਹਦੇ ਹਾਂ, ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ। ਇੱਥੇ ਸਤਿਗੁਰੂ ਜੀ ਕਹਿ ਸਕਦੇ ਸਨ, ਮੈਂ ਪ੍ਰਸ਼ਾਦਾ ਛਕਿਆ, ਆਨੰਦ ਆ ਗਿਆ। ਕਿਸੇ ਜਗ੍ਹਾ ਦੇ ਉੱਤੇ ਗਿਆ, ਆਨੰਦ ਆ ਗਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿਣ ਨੂੰ ਹਰੇਕ ਕੋਈ ਕਵੇਗਾ, ਮੈਂ ਵੀ ਕਵਾਂਗਾ ਮੈਨੂੰ ਆਨੰਦ ਆ ਗਿਆ ਹੈ, ਪਰ ਉਹ ਆਨੰਦ ਕੁਝ ਸਮੇਂ ਬਾਅਦ ਬਿਨਸਣ ਵਾਲਾ ਵੀ ਹੁੰਦਾ ਹੈ। ਕੁਝ ਸਮੇਂ ਦੇ ਵਿੱਚ ਅਸੀਂ ਖੁਸ਼ ਸੁਖੀ ਹਾਂ ਤੇ ਕੁਝ ਸਮੇਂ ਤੋਂ ਬਾਅਦ ਦੁਖੀ ਹਾਂ। ਪਰ ਆਨੰਦ ਤੇ ਸੁੱਖ ਤੇ ਦੁੱਖ ਤੋਂ ਉੱਪਰਲੀ ਅਵਸਥਾ ਹੈ ਨਾ, ਵੀ ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ ਬਰਾਬਰ ਹੈ। ਮਨ ਸਦਾ ਖੜਾਓ ਦੇ ਵਿੱਚ ਰਹੇਗਾ, ਮਨ ਸਦਾ ਖੇੜੇ ਦੇ ਵਿੱਚ ਰਹੇਗਾ। ਤੇ ਜਿਸ ਚੀਜ਼ ਨੂੰ ਅਸੀਂ ਆਨੰਦ ਮੰਨਨੇ ਆ, ਇਹ ਆਨੰਦ ਕੁਝ ਸਮੇਂ ਤੋਂ ਬਾਅਦ ਬਿਨਸਨਹਾਰ ਹੈ, ਇਹ ਬਿਨਸਣ ਵਾਲਾ ਹੈ। ਪਰ ਜਿਹੜਾ ਆਨੰਦ ਗੁਰੂ ਦੇ ਕੋਲੋਂ ਆ ਕੇ ਮਿਲਦਾ ਹੈ, ਇਹ ਆਨੰਦ ਸਦਾ ਸਥਿਰ ਰਹਿਣ ਵਾਲਾ ਹੈ। ਹੁਣ ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਦੇ ਵਿੱਚ ਪਰਿਵਾਰ ਦੇ ਮੈਂਬਰ ਵੀ ਜ਼ਰੂਰ ਸਨ। 3 ਭਰਾ ਲਿਖੇ ਨੇ ਇਤਿਹਾਸਕਾਰਾਂ ਨੇ। ਹੁਣ 2 ਪੁੱਤਰ ਤੇ 2 ਪੁੱਤਰੀਆਂ ਵੀ ਸਨ, ਪਤਨੀ ਵੀ ਸੀ, ਘਰ ਪਰਿਵਾਰ ਵੀ ਸੀ। ਪਰ ਫਿਰ ਵੀ ਸਤਿਗੁਰੂ ਜੀ ਇਹ ਗੱਲ ਆਖਦੇ ਨੇ, ਜਦੋਂ ਪਤਾ ਲੱਗਾ ਵੀ ਗੁਰੂ ਦਾ ਜੀਵਨ ਦੇ ਵਿੱਚ ਕੀ ਲੋੜ ਹੈ। ਕਿਸੇ ਨੇ ਆ ਕੇ ਆਖਿਆ ਸੀ ਨਾ, ਵੈਸ਼ਨਵ ਸਾਧ ਨੇ, ਵੀ ਮੈਂ ਨਗੁਰੇ ਦੇ ਹੱਥ ਤੋਂ ਸੇਵਾ ਕਰਾਈ ਹੈ, ਮੈਂ ਨਗੁਰੇ ਦੇ ਹੱਥ ਦਾ ਪ੍ਰਸ਼ਾਦਾ ਛਕਦਾ ਰਿਹਾ, ਮੇਰੇ ਕੀਤੇ ਹੋਏ ਜਪ ਤਪ ਸਭ ਨਸ਼ਟ ਹੋ ਗਏ ਨੇ, ਕਿਸੇ ਵੀ ਕੰਮ ਨਹੀਂ। ਤੇ ਬਾਬਾ ਅਮਰਦਾਸ ਜੀ ਕਹਿੰਦੇ ਵੀ ਮੈਨੂੰ ਤੇ 63 ਸਾਲ ਹੋ ਗਏ ਨੇ ਵੀ ਧਾਰਮਿਕ ਕਰਮ ਕਾਂਡ ਕਰਦਿਆਂ ਹੋਇਆਂ ਪੁੰਨ ਮੈਂ ਕੀਤੇ ਨੇ, ਦਾਨ ਮੈਂ ਕਰਦਾ ਰਿਹਾ, ਧਾਰਮਿਕ ਯਾਤਰਾਵਾਂ ਮੈਂ ਕੀਤੀਆਂ ਨੇ। 21ਵੀਂ ਵਾਰੀ ਗਏ ਸਨ 1546 ਦੇ ਵਿੱਚ। 21ਵੀਂ ਵਾਰੀ ਮਿਲਦਾ ਵੀ ਰਸਤੇ ਦੇ ਵਿੱਚੋਂ ਵੈਸ਼ਨਵ ਸਾਧੂ, ਤੇ ਉਹ ਖੁਸ਼ ਹੋ ਕੇ ਨਾਲ ਆ ਗਿਆ ਸੀ ਘਰ। ਕੁਝ ਦਿਨ ਸੇਵਾ ਕੀਤੀ। ਇੱਕ ਦਿਨ ਮਨ ਦੇ ਵਿੱਚ ਚਾਹਤ ਆਈ, ਪੁੱਛਾਂ ਤੇ ਸੀ ਵੀ ਇੰਨੀ ਸੇਵਾ ਕਰਦਾ ਪਿਆ, ਸੇਵਾ ਕਰਨੀ ਸਿੱਖੀ ਕਿਹਦੇ ਤੋਂ ਹੈ, ਗੁਰੂ ਕਿਹੜਾ ਇਹਦਾ, ਵੀ ਜਿੰਨੇ ਇੰਨੀ ਪਿਆਰੀ ਸਿੱਖਿਆ ਦਿੱਤੀ ਹੈ। ਤੇ ਬਾਬਾ ਜੀ ਨੂੰ ਸਵਾਲ ਕੀਤਾ ਗਿਆ, ਬਾਬਾ ਅਮਰਦਾਸ ਜੀ ਨੂੰ। ਮੈਂ ਉਹਨਾਂ ਤੋਂ ਪਹਿਲਾਂ, ਕਿਉਂਕਿ ਗੁਰੂ ਨਹੀਂ ਹਜੀ ਬਣੀ, ਇਹਦੇ ਲਈ ਬਾਬਾ ਅਮਰਦਾਸ ਜੀ ਮੈਂ ਸ਼ਬਦ ਵਰਤ ਰਿਹਾ। ਸਵਾਲ ਕੀਤਾ ਗਿਆ ਵੀ ਤੁਹਾਡਾ ਗੁਰੂ ਕੌਣ ਹੈ? ਤੇ ਅੱਗੋਂ ਬਾਬਾ ਅਮਰਦਾਸ ਜੀ ਕਹਿਣ ਲੱਗੇ ਵੀ ਹਜੀ ਮੈਂ ਗੁਰੂ ਨੂੰ ਧਾਰਨ ਨਹੀਂ ਕੀਤਾ।
ਜਿਹੜਾ ਖੁਸ਼ ਸੀ ਉਹਦੀ ਸੇਵਾ ਤੋਂ, ਉਹੀ ਆਖਦਾ ਪਿਆ ਵੀ ਮੇਰਾ ਤੇ ਜਨਮ ਭ੍ਰਸ਼ਟ ਹੋ ਗਿਆ, ਮੈਂ ਤੇ ਜਪ ਕੀਤੇ ਸਨ, ਤਪ ਕੀਤੇ ਸਨ, ਸਭ ਨਸ਼ਟ ਹੋ ਗਏ ਨੇ। ਬਸ ਉਸੇ ਦਿਨ ਤੋਂ ਮਨ ਦੇ ਵਿੱਚ ਇਹੋ ਜਿਹੀ ਸੱਟ ਲੱਗੀ ਵੀ ਅੱਜ ਤੋਂ ਬਾਅਦ ਸੱਚੇ ਗੁਰੂ ਨੂੰ ਮੈਂ ਧਾਰਨ ਕਰਨਾ ਹੈ। ਵੀ ਮੈਂ ਤੇ ਸੋਚਿਆ ਸੀ ਵੀ ਮੇਰਾ ਤੇ ਜੀਵਨ ਸਫਲਾ ਹੀ ਸਫਲ ਹੈ, ਵੀ ਇੰਨੇ ਜਪ, ਇੰਨੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਗਿਆ, ਯਾਤਰਾਵਾਂ ਵੀ ਕੀਤੀਆਂ ਨੇ, ਜਪ ਵੀ ਕਰਦਾ ਰਿਹਾ, ਧਰਮ ਦੇ ਨਾਂ ਤੇ ਕੰਮ ਵੀ ਕਰਦਾ ਰਿਹਾ, ਦਾਨ ਪੁੰਨ ਵੀ ਕਰਦਾ ਰਿਹਾ, ਪਰ ਇਹ ਤੇ ਕੁਝ ਹੋਰ ਹੀ ਹੋ ਗਿਆ। ਵੀ ਗੁਰੂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਲੋੜ ਹੈ? ਅਸੀਂ ਸਭ ਕੁਝ ਪ੍ਰਾਪਤ ਕਰ ਲੈਣਾ ਚਾਹੁੰਦੇ ਹਾਂ, ਪਰ ਗੁਰੂ ਵਾਲੇ ਨਹੀਂ ਬਣਨਾ ਚਾਹੁੰਦੇ। ਭਾਵੇਂ ਤਨ ਦੇ ਤੌਰ ਤੇ ਆ, ਭਾਵੇਂ ਮਨ ਦੇ ਤੌਰ ਤੇ ਆ। ਕਦਮ ਕੱਲ ਵੀ ਆਖਿਆ ਸੀ, ਕਦਮ ਸ਼ੁਰੂ ਕਰਨਾ ਪਵੇਗਾ, ਪੁੱਟਣਾ ਪਵੇਗਾ ਕਦਮ। ਇਹ 5 ਕਕਾਰੀ ਸਾਨੂੰ ਵਰਦੀ ਦਿੱਤੀ ਹੈ, ਇਹ ਸਾਡੀ ਐਡਮਿਸ਼ਨ ਹੈ। ਅੰਮ੍ਰਿਤ ਛਕਣਾ ਇੱਕ ਐਡਮਿਸ਼ਨ ਹੈ ਸਾਡੀ। ਸਕੂਲ ਦੇ ਵਿੱਚ ਬੱਚਾ ਪਾਉਂਦੇ ਆ, ਸਭ ਤੋਂ ਪਹਿਲਾਂ ਅਗਲਾ ਕਹਿੰਦਾ ਵੀ ਤੁਸੀਂ ਬੱਚੇ ਦੀ ਐਡਮਿਸ਼ਨ ਕਰਾਵੋ। ਐਡਮਿਸ਼ਨ ਹੋਵੇਗੀ, ਸਕੂਲ ਦੇ ਵਿੱਚ ਬੱਚਾ ਆਵੇਗਾ, ਤੇ ਉਹਦੇ ਤੋਂ ਬਾਅਦ ਵਰਦੀ ਇਹਦੀ ਸਕੂਲ ਦੀ ਹੋਵੇਗੀ। ਵਰਦੀ ਤੋਂ ਬਿਨਾਂ ਇਹ ਨਹੀਂ ਆ ਸਕਦਾ। ਇਹੀ ਗੱਲ ਹੈ। ਅੰਮ੍ਰਿਤ ਛਕਣਾ ਸਾਡਾ ਐਡਮਿਸ਼ਨ ਹੈ ਗੁਰੂ ਨਾਨਕ ਦੇ ਧਰਮ ਦੇ ਵਿੱਚ, ਜ਼ਰੂਰੀ ਹੈ ਸਾਡੇ ਲਈ। ਤੇ ਇਹ 5 ਕਕਾਰੀ ਜਿਹੜੀ ਵਰਦੀ ਹੈ, ਇਹ ਸਾਡੀ ਵਰਦੀ ਹੈ। ਇਹਦੇ ਤੋਂ ਬਾਅਦ ਵੀ ਜਿਹੜੀ ਸਾਨੂੰ ਸਕੂਲ ਦੇ ਵਿੱਚੋਂ ਸਾਨੂੰ ਗਿਆਨ ਮਿਲਦਾ ਹੈ, ਤੇ ਬੱਚਾ ਉਹਨੂੰ ਪੜ੍ਹ ਕੇ ਫਿਰ ਵੱਡਾ ਹੁੰਦਾ ਹੈ, ਤੇ ਜੀਵਨ ਦੇ ਵਿੱਚ ਆਪਣੇ ਸੰਸਾਰ ਦੇ ਵਿੱਚ ਵਿਚਰਦਾ। ਤੇ ਜਦੋਂ ਗੁਰੂ ਦੇ ਕੋਲ ਆਵਾਂਗੇ, ਗੁਰੂ ਦੀ ਸੰਗਤ ਕਰਾਂਗੇ, ਇਹ ਸੰਗਤ ਕਲਾਸ ਹੈ। ਸੰਗਤ ਦੇ ਵਿੱਚ ਬਵਾਂਗੇ, ਸਾਨੂੰ ਉਪਦੇਸ਼ ਗੁਰੂ ਨੇ ਦੇਣਾ ਹੈ। ਉਪਦੇਸ਼ ਅਸੀਂ ਗੁਰੂ ਦੇ ਕੋਲੋਂ ਲੈ ਰਹੇ ਹਾਂ। ਇਹ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਹੈ, ਸਾਨੂੰ ਸਿੱਖਿਆ ਦੇ ਰਹੇ ਨੇ। ਇਸ ਸਿੱਖਿਆ ਨੂੰ ਅਸੀਂ ਕਮਾ ਕੇ ਕੇਵਲ ਇੱਥੋਂ ਤੱਕ ਹੀ ਸੀਮਿਤ ਨਹੀਂ ਰਹਿਣਾ ਵੀ ਹਾਂ ਵੀ ਗੁਰਦੁਆਰੇ ਦੇ ਵਿੱਚੋਂ ਵਿਚਾਰ ਸੁਣੇ, ਗੁਰਦੁਆਰੇ ਤੱਕ ਹੀ ਸੀਮਿਤ ਰਹੇ। ਫਿਰ ਉਹਨੂੰ ਵਿੱਚ ਦੁਨੀਆ ਸੇਵ ਕਮਾਈ ਹੈ। ਉਹਨੂੰ ਫਿਰ ਦੁਨੀਆ ਦੇ ਵਿੱਚ ਫਿਰ ਸਾਰੇ ਆ ਜਾਂਦੇ ਨੇ। ਇਹ ਨਹੀਂ ਵੀ ਕੇਵਲ ਅਸੀਂ ਇੱਥੋਂ ਤੱਕ ਕੇਵਲ ਗੁਰਦੁਆਰੇ ਦੇ ਵਿੱਚ ਸੇਵਾ ਹੈ, ਵਿੱਚ ਦਰਗਾਹ ਬੈਸਨ ਪਾਈ ਹੈ। ਇਥੋਂ ਤੇ ਕੇਵਲ ਅਸੀਂ ਗਿਆਨ ਲੈਣਾ ਹੈ। ਹੁਣ ਸਕੂਲੋਂ ਬੱਚਾ ਸਿੱਖਦਾ ਹੈ, ਕੇਵਲ ਇਹਦੇ ਕੋਲ ਨਾ ਸਕੂਲ ਤੱਕ ਹੀ ਸੀਮਿਤ ਹੈ ਵੀ ਘਰ ਜਾ ਕੇ ਹੁਣ ਮਾਤਾ ਪਿਤਾ ਪੁੱਛਣ ਵੀ ਪੁੱਛ ਕੇ ਕੀ ਸਿੱਖ ਕੇ ਆਇਆ ਹੈ, ਉਹ ਆਖੇ ਵੀ ਸਕੂਲ ਦੇ ਵਿੱਚੋਂ ਸਿੱਖਿਆ, ਸਕੂਲ ਤੱਕ ਹੀ ਮੈਂ ਸੀਮਿਤ ਰੱਖਣਾ ਹੈ। ਉਹਨੂੰ ਅਸੀਂ ਜ਼ਿੰਦਗੀ ਦੇ ਵਿੱਚ ਵਰਤਨੇ ਆ। ਤੇ ਫਿਰ ਗੁਰੂ ਦੇ ਕੋਲੋਂ ਗਿਆਨ ਲੈ ਕੇ, ਗੁਰੂ ਦੇ ਕੋਲੋਂ ਸਮਝ ਲੈ ਕੇ ਇਸ ਨੂੰ ਆਪਣੀ ਜ਼ਿੰਦਗੀ 'ਚ ਕਿਉਂ ਨਹੀਂ ਧਾਰਨ ਕਰਦੇ? ਇਹੀ ਚੀਜ਼ ਹੈ ਵੀ ਇਹ ਸਾਡੇ ਐਡਮਿਸ਼ਨ ਵਿੱਚ ਸਭ ਤੋਂ ਪਹਿਲਾਂ ਤੇ ਐਡਮਿਸ਼ਨ ਜ਼ਰੂਰੀ ਹੈ। ਸੋ ਪਿਆਰ ਵਾਲਿਓ, ਮੈਂ ਕੋਸ਼ਿਸ਼ ਕਰਾਂਗਾ, ਬੇਨਤੀ ਹੀ ਕਰਾਂਗਾ ਵੀ ਚਲੋ ਵੀ ਆਪੋ ਆਪਣਾ ਮਨ ਹੈ, ਵੀ ਕਿਸੇ ਨੂੰ ਧੱਕੇ ਦੇ ਨਾਲ ਆਖਿਆ ਨਹੀਂ ਜਾ ਸਕਦਾ। ਕਿਸੇ ਦੇ ਉੱਤੇ ਸਾਡਾ ਹੱਕ ਨਹੀਂ ਵੀ ਤੂੰ ਧੱਕੇ ਦੇ ਨਾਲ ਆ, ਨਹੀਂ। ਜੇ ਕਿਸੇ ਦਾ ਮਨ ਕਰਦਾ ਠੀਕ ਹੈ, ਚੰਗੀ ਗੱਲ ਹੈ, ਪਰ ਕੋਸ਼ਿਸ਼ ਇਹ ਕਰਾਂਗਾ ਵੀ ਜਿਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਖੰਡੇ ਦੀ ਪੋਲ ਦਿੱਤੀ ਹੈ, ਜ਼ਰੂਰ ਛਕੀਏ। ਜੇਕਰ ਅਸੀਂ ਤਨ ਦੇ ਉੱਤੇ ਗੁਰੂ ਵਾਲੇ ਬਣਾਂਗੇ ਤੇ ਹੌਲੀ ਹੌਲੀ ਮਨ ਦਾ ਵੀ ਗੁਰੂ ਵਾਲਾ ਬਣ ਜਾਵਾਂਗੇ। ਪਹਿਲਾਂ ਤਨ ਦੇ ਤੌਰ ਤੇ ਬਣੀਏ, ਐਡਮਿਸ਼ਨ ਤੇ ਲਈਏ ਨਾ ਗੁਰੂ ਨਾਨਕ ਦੇ ਸਕੂਲ ਦੇ ਵਿੱਚ, ਗੁਰੂ ਦੇ ਸਕੂਲ ਦੇ ਵਿੱਚ ਐਡਮਿਸ਼ਨ ਤੇ ਲਈਏ, ਤੇ ਹੌਲੀ ਹੌਲੀ ਜੋ ਗੁਰੂ ਦੀ ਸਿੱਖਿਆ ਹੈ ਉਹ ਆਟੋਮੈਟਿਕ ਆਪੀ ਆ ਜਾਵੇਗੀ। ਸਮਾਂ ਲੱਗੇਗਾ, ਜ਼ਰੂਰੀ ਨਹੀਂ ਵੀ ਅਸੀਂ ਆਖੀਏ ਵੀ ਅੱਜ ਹੀ ਲਿਆ ਤੇ ਅੱਜ ਹੀ ਸਭ ਕੁਝ ਆ ਜਾਵੇ। ਇਹ ਤੇ ਕਈ ਵਾਰੀ ਸਾਰੀ ਜ਼ਿੰਦਗੀ ਵੀ ਲੰਘ ਜਾਂਦੀ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਮਨ ਦੇ ਵਿੱਚ ਇਹ ਚੀਜ਼ ਘਰ ਕਰ ਗਈ ਸੀ ਵੀ ਅੱਜ ਤੋਂ ਬਾਅਦ ਗੁਰੂ ਧਾਰਨ ਕਰਨਾ, ਤੇ ਗੁਰੂ ਇਹੋ ਜਿਹਾ ਹੋਵੇ ਜਿਹੜਾ ਆਪ ਪੂਰਾ ਹੋਵੇ। ਤੇ ਜਦੋਂ ਗੁਰੂ ਦੇ ਕੋਲ ਆਏ ਸਨ ਗਿਆਨੀ ਗਿਆਨ ਸਿੰਘ ਜੀ, ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਵੀ ਇਹ ਜਿਹੜੀ ਬਾਣੀ ਉਦੋਂ ਉਚਾਰਨ ਕੀਤੀ ਸੀ, ਆਖਿਆ ਸੀ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਇਹੀ ਗੱਲ ਹੈ, ਗੁਰੂ ਦੇ ਕੋਲ ਆਵਾਂਗੇ ਤੇ ਗੁਰੂ ਸਾਨੂੰ ਇੱਕ ਦਾਤ ਬਖਸ਼ੇਗਾ, ਨਾਮ ਦੀ ਦਾਤ ਬਖਸ਼ੇਗਾ।
ਨਾਮ ਦੀ ਦਾਤ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਆਨੰਦ ਬਣੇਗਾ। ਤੇ ਜਦੋਂ ਸਾਡੀ ਜ਼ਿੰਦਗੀ 'ਚ ਇਹੋ ਜਿਹਾ ਆਨੰਦ ਬਣੇਗਾ ਵੀ ਜਿਹੜਾ ਕਦੇ ਵੀ ਨਾਸ਼ ਨਹੀਂ ਹੋਣ ਵਾਲਾ, ਸਦਾ ਨਾਸ਼ ਤੋਂ ਰਹਿਤ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਇਧਰ ਵੇਖੋ ਜੀ, ਆ ਫੁੱਲ ਸਟੋਪ ਦੇ ਥੱਲੇ ਦਿੱਤਾ ਹੈ ਸਹਿਜ ਦੇ ਸੁਖ, ਜੋ ਅਸਲ ਆਤਮਿਕ ਸੁਖ ਹੈ ਦਾ ਵਾਸਾ ਮਿਲਦਾ ਹੈ। ਵੀ ਉਹ ਸੁਖ ਵੀ ਜਿਹੜਾ ਹਮੇਸ਼ਾ ਸਾਡੇ ਅੰਦਰ ਰਹਿਣਾ ਹੀ ਰਹਿਣਾ ਹੈ। ਵੀ ਇਹੋ ਜਿਹਾ ਸੁਖ ਨਹੀਂ ਵੀ ਹੁਣ ਆਏ 2 ਮਿੰਟ ਬਾਅਦ ਦੁਖੀ, ਵੀ ਪਤਾ ਨਹੀਂ ਸੁਖ ਆਇਆ ਸੀ ਕਿੱਥੇ ਚਲਾ ਗਿਆ। ਅਸੀਂ ਸੰਸਾਰ ਦੀਆਂ ਚੀਜ਼ਾਂ ਜੋ ਸੁਖ ਲੱਭਦੇ ਹਾਂ, ਸੰਸਾਰ ਦਾ ਸੁਖ ਲੱਭਦੇ ਹਾਂ, ਤੇ ਸੰਸਾਰ ਦੇ ਵਿੱਚ ਸੁਖ ਤੇ ਦੁੱਖ ਦੋਵੇਂ ਚੀਜ਼ਾਂ ਨੇ। ਜੇਕਰ ਸੁਖ ਹੈ ਉੱਥੇ ਦੁੱਖ ਵੀ ਹੋਵੇਗਾ, ਜੇ ਦਿਨ ਹੈ ਤੇ ਰਾਤ ਹੈ। ਤੇ ਗੁਰੂ ਸਾਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਦਿੰਦਾ ਹੈ। ਤੇ ਜਦੋਂ ਇਹ ਆਨੰਦ ਮਿਲੇਗਾ ਤੇ ਫਿਰ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਅੰਦਰ ਹਿਰਦੇ ਦੇ ਵਿੱਚ ਸੁਖ ਦਾ ਨਿਵਾਸ ਹੋ ਜਾਂਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਹੈ ਨਾਨਕ, ਬ੍ਰਹਮ ਗਿਆਨੀ ਦੇ ਅੰਦਰੋਂ ਇਹ ਜਿਹੜੀ ਅਵਸਥਾ ਹੈ, ਇਹ ਜਿਹੜਾ ਸੁਖ ਹੈ ਕਦੇ ਵੀ ਨਾਸ਼ ਨਹੀਂ ਹੋਣ ਵਾਲਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹਿਤਾ। ਬੇਤਾ ਦਾ ਅਰਥ ਹੁੰਦਾ ਜਾਣਨ ਵਾਲਾ। ਹੁਣ ਬ੍ਰਹਮ ਗਿਆਨੀ ਪਰਮਾਤਮਾ ਦੇ ਬਾਰੇ, ਜਿਸ ਦਾ ਨਾਮ ਹੀ ਬ੍ਰਹਮ ਗਿਆਨੀ ਹੈ, ਗੁਰਮੁਖ ਹੈ, ਬ੍ਰਹਮ ਦਾ ਗਿਆਨ ਵਾਲਾ, ਉਹ ਪਰਮਾਤਮਾ ਨੂੰ ਜਾਣਨ ਵਾਲਾ ਹੁੰਦਾ ਹੈ, ਪਰਮਾਤਮਾ ਨੂੰ ਜਾਣਦਾ ਹੁੰਦਾ ਹੈ। ਤੇ ਬ੍ਰਹਮ ਗਿਆਨੀ ਏਕ ਸੰਗ ਹੇਤਾ, ਹੇਤਾ ਦਾ ਅਰਥ ਹੈ ਪਿਆਰ। ਤੇ ਉਹਦਾ ਜਿਹੜਾ ਪਿਆਰ ਹੈ ਫਿਰ ਇੱਕ ਦੇ ਨਾਲ ਹੀ ਬਣਿਆ ਰਹੇਗਾ। ਉਹਦਾ ਜਿਹੜਾ ਭਰੋਸਾ ਹੈ ਇੱਕ ਦੇ ਉੱਪਰ ਰਹੇਗਾ। ਬ੍ਰਹਮ ਗਿਆਨੀ ਕੈ ਹੋਈ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਹੁਣ ਬ੍ਰਹਮ ਗਿਆਨੀ ਸਦਾ ਹੀ ਚਿੰਤਾ ਤੋਂ ਰਹਿਤ ਹੈ, ਬੇਫਿਕਰ ਹੁੰਦਾ ਹੈ। ਉਹਨੂੰ ਕਿਸੇ ਪ੍ਰਕਾਰ ਦੀ ਕੋਈ ਫਿਕਰ ਨਹੀਂ, ਕਿਸੇ ਦੀ ਮੁਹਤਾਜਗੀ ਨਹੀਂ। ਉਹ ਸਦਾ ਬੇਫਿਕਰ ਹੋਵੇਗਾ, ਆਪਣੀ ਮਸਤੀ ਦੇ ਵਿੱਚ ਰਹੇਗਾ। ਤੇ ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਫਿਰ ਕਾਰਨ ਵੀ ਦੱਸਿਆ ਕਿਹਦੇ ਕਰਕੇ ਉਹ ਅੰਦਰੋਂ ਨਿਰਮਲ ਹੁੰਦਾ ਹੈ। ਤੇ ਉਹਦੀ ਰਸਨਾ ਦੇ ਵਿੱਚੋਂ ਮੰਤ ਦਾ ਅਰਥ ਹੈ ਮੰਤਰ, ਉਪਦੇਸ਼। ਤੇ ਜੋ ਵੀ ਉਹਦੀ ਰਸਨਾ ਦੇ ਵਿੱਚੋਂ ਉਪਦੇਸ਼ ਨਿਕਲੇਗਾ, ਜੋ ਵੀ ਹੁਕਮ ਨਿਕਲੇਗਾ, ਮੰਤਰ ਨਿਕਲੇਗਾ, ਉਹ ਸੰਸਾਰ ਦੇ ਲਈ ਲਾਭਕਾਰੀ ਹੋਵੇਗਾ। ਜੇਕਰ ਕਿਸੇ ਨੂੰ ਉਪਦੇਸ਼ ਦਿੰਦਾ ਹੈ ਤੇ ਦਿੱਤਾ ਹੋਇਆ ਉਪਦੇਸ਼ ਦੂਸਰਿਆਂ ਨੂੰ ਵੀ ਤਾਰ ਦਿੰਦਾ ਹੈ। ਬ੍ਰਹਮ ਗਿਆਨੀ ਜਿਸ ਕਰਹਿ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਹੁਣ ਇੱਥੇ ਸਤਿਗੁਰੂ ਜੀ ਕਿਰਪਾ ਕਰਦੇ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਉਹੀ ਇਹ ਅਵਸਥਾ ਦੇ ਉੱਤੇ ਪਹੁੰਚ ਸਕਦਾ ਹੈ। ਉਹਨੂੰ ਹੀ ਬ੍ਰਹਮ ਦਾ ਗਿਆਨ ਆ ਸਕਦਾ ਹੈ, ਗੁਰਮੁਖ ਬਣ ਸਕਦਾ ਹੈ, ਜਿਹਦੇ ਉੱਤੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਹੈ, ਜਿਹਨੂੰ ਉਸਨੇ ਆਪ ਦਾਤ ਬਖਸ਼ੀ ਹੈ। ਉਸ ਮਾਲਕ ਨੇ ਜਿਸ ਨੂੰ ਦਾਤ ਬਖਸ਼ੀ ਹੈ। ਤੇ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬੜ ਦਾ ਅਰਥ ਹੈ ਵੱਡਾ, ਪ੍ਰਤਾਪ ਪ੍ਰਤਾਪ ਪ੍ਰਕਾਸ਼ ਜਿਹਨੂੰ ਅਸੀਂ ਕਹਿੰਦੇ, ਉਹਦਾ ਨਾਮਣਾ ਹਰ ਜਗ੍ਹਾ ਦੇ ਉੱਤੇ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਹੁਣ ਬ੍ਰਹਮ ਗਿਆਨੀ ਦਾ ਦਰਸ਼ਨ, ਦਰਸ਼ ਦਾ ਅਰਥ ਹੈ ਦਰਸ਼ਨ। ਵੱਡੇ ਹੀ ਭਾਗਾਂ ਵਾਲੇ ਨੇ ਜਿਹੜੇ ਕਰਦੇ ਨੇ, ਜਿਨ੍ਹਾਂ ਨੂੰ ਉਹਨਾਂ ਦੀ ਸੰਗਤ ਮਿਲਦੀ ਹੈ। ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਜੇਕਰ ਕਿਸੇ ਮਨੁੱਖ ਨੇ, ਜੇਕਰ ਕਿਸੇ ਨੇ ਇਸ ਚੀਜ਼ ਨੂੰ ਧਾਰਨ ਕਰ ਲਿਆ, ਵੀ ਉਹ ਕੋਈ ਵੀ ਹੋ ਸਕਦਾ ਹੈ, ਕੇਵਲ ਪਹਿਰਾਵਾ ਪਹਿਨਣ ਦੇ ਨਾਲ ਨਹੀਂ। ਜੇਕਰ ਉਹ ਗੁਣਾਂ ਦਾ ਧਾਰਨੀ ਹੈ, ਜਿਹਨੇ ਆਪਣੇ ਅੰਦਰ ਇਸ ਚੀਜ਼ ਨੂੰ ਧਾਰਨ ਕਰ ਲਿਆ, ਆਪਣਾ ਆਪਾ ਗੁਰੂ ਨੂੰ ਅਰਪ ਕਰ ਦਿੱਤਾ ਹੈ, ਪ੍ਰਮਾਤਮਾ ਨੂੰ ਅਰਪ ਕਰ ਦਿੱਤਾ ਹੈ, ਤੇ ਸਤਿਗੁਰੂ ਜੀ ਕਿਰਪਾ ਕਰਦੇ, ਇਹੋ ਜਿਹੇ ਬ੍ਰਹਮ ਗਿਆਨੀ ਦੇ ਉੱਪਰੋਂ ਹਮੇਸ਼ਾ ਦੇ ਲਈ ਬਲ ਜਾਣਾ ਚਾਹੀਦਾ ਹੈ। ਬਲ ਬਲ ਕੁਰਬਾਨ ਬਲਿਹਾਰ ਨੇ,
ਬਲਿਹਾਰਨੇ ਜਾਣਾ ਚਾਹੀਦਾ ਹੈ। ਬ੍ਰਹਮ ਗਿਆਨੀ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਹੁਣ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਮਹੇਸ਼ਰ ਦਾ ਅਰਥ ਹੈ ਦੇਵਤਿਆਂ ਦੇ 21 ਨੰਬਰ ਮਹਾ ਈਸ਼ਰ ਸ਼ਿਵ ਜੀ ਵਰਗੇ ਦੇਵਤੇ, ਵੀ ਜਿਹੜੇ ਉਹ ਵੀ ਇਹੋ ਜਿਹੇ ਗੁਰਮੁਖ ਜਨ ਦੀ ਭਾਲ ਦੇ ਵਿੱਚ ਨੇ, ਉਹਨਾਂ ਨੂੰ ਭਾਲਦੇ ਪਏ ਨੇ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਕਿਉਂਕਿ ਇਹ ਨਾਨਕ ਬ੍ਰਹਮ ਦਾ ਗਿਆਨ ਰੱਖਣ ਵਾਲਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਜੋ ਗੁਣ ਪਰਮੇਸ਼ਰ ਦੇ ਅੰਦਰ ਨੇ, ਜਿਵੇਂ ਪਰਮੇਸ਼ਰ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਇਸੇ ਪ੍ਰਕਾਰ ਬ੍ਰਹਮ ਦਾ ਗਿਆਨ ਲੈਣ ਵਾਲੇ ਗੁਰਮੁਖ ਜਨ, ਸਾਧ ਜਨ, ਜਿਹਨੂੰ ਅਸੀਂ ਬ੍ਰਹਮ ਗਿਆਨੀ ਕਹਿੰਦੇ ਹਾਂ, ਉਹਦੇ ਗੁਣਾਂ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੀ ਵੀ ਸ਼ੋਭਾ ਆਖੀ ਨਹੀਂ ਜਾ ਸਕਦੀ। ਬ੍ਰਹਮ ਗਿਆਨੀ ਕੀ ਕੀਮਤ ਨਹੀਂ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੀ। ਹੁਣ ਬ੍ਰਹਮ ਗਿਆਨੀ ਕੀ ਕੀਮਤ ਨਹੀਂ, ਉਹਦਾ ਕੋਈ ਮੁੱਲ ਨਹੀਂ ਹੈ, ਕੀਮਤ ਨਹੀਂ ਦੱਸੀ ਜਾ ਸਕਦੀ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੀ, ਕਿਉਂਕਿ ਉਹਦੇ ਮਨ ਦੇ ਵਿੱਚ ਪ੍ਰਮਾਤਮਾ ਹਮੇਸ਼ਾ ਵਸਦਾ ਹੈ, ਹਮੇਸ਼ਾ ਪ੍ਰਮਾਤਮਾ ਮਨ ਦੇ ਵਿੱਚ ਵਸ ਰਿਹਾ ਹੈ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਆਦੇਸ਼। ਹੁਣ ਬ੍ਰਹਮ ਗਿਆਨੀ ਦਾ ਸਤਿਗੁਰ ਜੀ ਕਿਰਪਾ ਕਰਦੇ ਵੀ ਕੌਣ ਭੇਦ ਜਾਣ ਸਕਦਾ ਹੈ। ਜੇਕਰ ਪ੍ਰਮਾਤਮਾ ਦਾ ਭੇਦ ਨਹੀਂ ਪਾ ਸਕਦੇ, ਉਹਦੇ ਜਿਹੜੇ ਗੁਣ ਗਾਣ ਵਾਲਾ ਹੈ, ਜਿਹੜਾ ਆਪ ਪਰਮੇਸ਼ਰ ਦਾ ਰੂਪ ਹੋ ਗਿਆ, ਤੇ ਉਹਦਾ ਹੁਣ ਭੇਦ ਕੌਣ ਜਾਣੇ। ਅਸੀਂ ਤੇ ਦੂਸਰੇ ਦਾ ਭੇਦ ਨਹੀਂ ਨਾ ਜਾਣਦੇ, ਵੀ ਅਗਲੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ, ਅਗਲਾ ਕੀ ਕਰਦਾ ਪਿਆ। ਤੇ ਜਿਹੜਾ ਬ੍ਰਹਮ ਦਾ ਗਿਆਨ ਰੱਖਣ ਵਾਲਾ, ਉਹਦਾ ਭੇਦ ਅਸੀਂ ਕਿੱਥੋਂ ਪਾਵਾਂਗੇ। ਭਾਵੇਂ ਪਰਿਵਾਰ ਦੇ ਵਿੱਚ ਹੀ ਆ ਨਾ, ਪਰਿਵਾਰ ਦੇ ਵਿੱਚ ਮਾਤਾ ਪਿਤਾ ਭੈਣ ਭਰਾ, ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ ਹੈ। ਅਸੀਂ ਦੂਸਰੇ ਦੇ ਭੇਤ ਦੇ ਬਾਰੇ ਨਹੀਂ ਜਾਣਦੇ ਵੀ ਦੂਸਰੇ ਦੇ ਅੰਦਰ ਕੀ ਚੱਲ ਰਿਹਾ ਹੈ। ਤੇ ਜਿਹੜਾ ਬ੍ਰਹਮ ਗਿਆਨੀ ਹੈ, ਤੇ ਉਹਦਾ ਜਿਹੜਾ ਭੇਦ ਅਸੀਂ ਕਿਵੇਂ ਦੱਸ ਸਕਦੇ ਹਾਂ, ਉਹਦੇ ਬਾਰੇ ਕਿਵੇਂ ਅਸੀਂ ਬਿਆਨ ਕਰ ਸਕਦੇ ਹਾਂ। ਕੋਈ ਵੀ ਉਹਦੇ ਭੇਦ ਨੂੰ ਨਹੀਂ ਜਾਣਦਾ। ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਤੇ ਇਹੋ ਜਿਹੀ ਬ੍ਰਹਮ ਗਿਆਨੀ ਨੂੰ, ਗੁਰਮੁਖ ਜਨ ਨੂੰ ਸਦਾ ਦੇ ਲਈ ਨਮਸਕਾਰ ਹੈ। ਆਦੇਸ਼ ਦਾ ਅਰਥ ਹੈ ਨਮਸਕਾਰ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਿ ਆਖਿਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਅਦਾਖਿਰ, ਐੜਾ ਧੱਦੇ ਨੂੰ ਕੰਨਾ, ਖੱਖਾ ਪੈਰ ਚ ਯਈਆ ਰਾਰਾ। ਅਧਿਆਖਿਰ ਉਦੋਂ ਵੀ ਆਖਿਆ ਸੀ, ਈੜੀ ਨੂੰ ਸਿਆਰੀ ਤੇ ਐੜਾ ਲੱਗ ਜਾਵੇਗਾ। ਐੜਾ ਧੱਦੇ ਨੂੰ ਕੰਨਾ, ਈੜੀ ਨੂੰ ਸਿਆਰੀ, ਐੜਾ ਕੱਖਾ ਰਾਰਾ। ਅਧਿਆਖਿਰ ਅੱਧਾ ਅੱਖਰ, ਜਿਹਦੇ ਬਾਰੇ ਥੋੜਾ ਜਿਹਾ ਟੂਕ ਮਾਤਰ ਵੀ ਤੁਸੀਂ ਲਾ ਲਵੋ। ਇੱਧਰ ਅੱਧਾ ਅੱਖਰ, ਥੋੜੀ ਉਪਮਾ ਵੀ ਨਹੀਂ ਹੋ ਸਕਦੀ, ਪੂਰਾ ਅੱਖਰ ਵੀ ਨਹੀਂ, ਉਹਦੇ ਵਿੱਚੋਂ ਵੀ ਅੱਧਾ। ਜੇਕਰ ਕੋਈ ਚਾਹੇ ਵੀ ਤਿਲ ਮਾਤਰ ਉਹਦੀ ਵਡਿਆਈ ਕਰ ਲਈਏ, ਤੇ ਉਹਦੀ ਤਿਲ ਮਾਤਰ ਵੀ ਅਸੀਂ ਵਡਿਆਈ ਨਹੀਂ ਕਰ ਸਕਦੇ, ਉਹਦੇ ਬਾਰੇ ਦੱਸ ਨਹੀਂ ਸਕਦੇ। ਤੇ ਕਥਿਆ ਨਾ ਜਾਏ ਅਧਿਆਖਿਆ, ਵੀ ਇਹੋ ਜਿਹੇ ਬ੍ਰਹਮ ਗਿਆਨੀ ਦਾ ਅੰਦਰ ਜਿਹੜੀ ਉਹਦੀ ਸ਼ੋਭਾ ਹੈ, ਉਹ ਦੱਸੀ ਨਹੀਂ ਜਾ ਸਕਦੀ, ਉਪਮਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਤੇ ਉਹ ਸਾਰੇ ਸੰਸਾਰ ਦਾ ਠਾਕੁਰ ਹੈ, ਮਾਲਕ। ਕਿਉਂਕਿ ਜਿਸ ਦੇ ਅੰਦਰ ਰੱਬ ਵਸ ਗਿਆ, ਪਰਮਾਤਮਾ ਦਾ ਰੂਪ ਹੋ ਗਿਆ, ਤੇ ਫਿਰ ਸੰਸਾਰ ਦਾ ਮਾਲਕ ਹੋ ਗਿਆ। ਜਿਹਨੂੰ ਅਸੀਂ ਇਹ ਵੀ ਕਹਿੰਦੇ ਆ ਨਾ, ਵੀ ਜਿਹੜਾ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਗਿਆ, ਜਿਹਨੂੰ ਭਾਵੇਂ ਸੰਸਾਰ ਦੇ ਅੰਦਰ ਕੋਈ ਵੀ ਨਹੀਂ ਜਾਣਦਾ। ਇੱਕ ਆਪਾਂ ਪੰਜਵੇਂ ਪਾਤਸ਼ਾਹ ਦੀ ਪੌੜੀ ਵੀ ਪੜ੍ਹਦੇ ਹਾਂ, ਜਦ ਸ੍ਰੀ ਕੀ ਵਾਰ ਦੇ ਵਿੱਚੋਂ, ਸ਼ਾਇਦ ਯਾਦ ਨਹੀਂ, 7 ਪਤਾ ਨਹੀਂ 8 ਨੰਬਰ ਪੌੜੀ ਹੈ। ਉਹਦੇ ਅੰਦਰ ਸਤਿਗੁਰੂ ਜੀ ਕਿਰਪਾ ਕਰਦੇ ਵੀ ਜਿਸ ਬੰਦੇ ਦੇ ਕੋਲ ਰਹਿਣ ਦੇ ਲਈ ਸੋਹਣਾ ਘਰ ਵੀ ਨਹੀਂ, ਤੇ ਤਨ ਦੇ ਉੱਤੇ ਜਿਹੜੇ ਕੱਪੜੇ ਪਾਏ ਨੇ ਉਹ ਵੀ ਪਾਟੇ ਹੋਏ ਨੇ, ਤੇ ਨਾ ਕੋਈ ਉੱਚੀ ਜਾਤ ਹੈ, ਨਾ ਕੋਈ ਉਹਦਾ ਆਦਰ ਸਤਿਕਾਰ ਹੈ, ਨਾ ਕੋਈ ਉਹਨੂੰ ਜਾਣਨ ਵਾਲਾ ਹੈ, ਨਾ ਉਹਦਾ ਸੋਹਣਾ ਧਨ ਹੈ,
ਸਰੀਰ ਹੈ, ਰੂਪ ਹੈ, ਤੇ ਨਾ ਉਹਦੇ ਕੋਲ ਜ਼ਿਆਦਾ ਧਨ ਹੈ। ਰਿਸ਼ਤੇਦਾਰ ਵੀ ਜਿਹੜੇ ਨੇ ਉਹਦੇ ਸਾਕ ਸੰਬੰਧੀ, ਉਹ ਵੀ ਕਹਿੰਦੇ ਨੇ ਵੀ ਅਸੀਂ ਵੀ ਨਹੀਂ ਜਾਣਦੇ, ਉਹਦਾ ਕੋਈ ਰਿਸ਼ਤੇਦਾਰ ਬਣਨ ਦੇ ਲਈ ਵੀ ਤਿਆਰ ਨਹੀਂ। ਪਰ ਸਤਿਗੁਰੂ ਜੀ ਕਿਰਪਾ ਕਰਦੇ ਵੀ ਉਹ ਸਗਲੀ ਸ੍ਰਿਸ਼ਟੀ ਦਾ ਬਾਦਸ਼ਾਹ ਹੈ, ਸਗਲ ਸ੍ਰਿਸ਼ਟੀ ਦਾ ਰਾਜਾ ਹੈ। ਬਸਤਾ ਟੂਟੀ ਚੋਪੜੀ ਚੀਰ ਸਭ ਛੀਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ। ਮਿੱਤਰ ਨਾ ਇਠ ਨਾ ਸਾਕਹੀਨ, ਮਿੱਤਰ ਧਨ ਰੂਪਹੀਨ, ਕਿਛ ਸਾਕ ਨਾ ਸੀਨਾ। ਸਗਲੀ ਰਾਜਾ ਸ੍ਰਿਸ਼ਟ ਕਾ, ਸਗਲੀ ਰਾਜਾ, ਰਾਜਾ ਸਗਲੀ ਸ੍ਰਿਸ਼ਟ ਕਾ। ਵੀ ਧਿਆਨ ਮਨ ਭਿੰਨਾ, ਕਿਉਂਕਿ ਉਹਦਾ ਨਾਮ ਦੇ ਵਿੱਚ ਉਹ ਭਿੱਜ ਗਿਆ, ਵੀ ਉਹ ਬਾਦਸ਼ਾਹ ਬਣ ਗਿਆ। ਤੇ ਉਹੀ ਗੱਲ ਇੱਥੇ ਹੈ ਵੀ ਜਿਹੜਾ ਬ੍ਰਹਮ ਗਿਆਨੀ ਹੈ ਵੀ ਉਹ ਠਾਕੁਰ ਦਾ ਰੂਪ ਹੋ ਗਿਆ। ਬ੍ਰਹਮ ਗਿਆਨੀ ਕੀ ਮਿਤ ਕਉ ਨ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਹੁਣ ਮਿਤ ਦਾ ਅਰਥ ਹੈ ਹੱਦ ਬੰਨਾ, ਵੀ ਬ੍ਰਹਮ ਗਿਆਨੀ ਦੀ ਮਿਤ ਕੌਣ ਜਾਣ ਸਕਦਾ, ਕੌਣ ਵਖਾਣ ਕਰ ਸਕਦਾ। ਬ੍ਰਹਮ ਗਿਆਨੀ ਕੀ ਗਤ, ਤੇ ਉਹਦੀ ਜਿਹੜੀ ਅੰਦਰ ਦੀ ਅਵਸਥਾ ਹੈ, ਆਤਮਿਕ ਅਵਸਥਾ ਹੈ, ਬ੍ਰਹਮ ਗਿਆਨੀ ਜਾਣੈ। ਤੇ ਜੇਕਰ ਕੋਈ ਬ੍ਰਹਮ ਗਿਆਨੀ ਹੋਵੇਗਾ ਉਹੀ ਜਾਣ ਸਕਦਾ। ਗੁਰਮੁਖ ਦੇ ਬਾਰੇ, ਸੰਤ ਦੇ ਬਾਰੇ ਸੰਤ ਹੀ ਜਾਣ ਸਕਦਾ, ਕੋਈ ਸਾਡੇ ਵਰਗਾ ਆਮ ਮਨੁੱਖ ਨਹੀਂ ਕੋਈ ਭੇਦ ਪਾ ਸਕਦਾ, ਇਹ ਬਿਆਨ ਨਹੀਂ ਕਰ ਸਕਦਾ। ਵੀ ਜਿਹਨੂੰ ਅਸੀਂ ਇਹ ਵੀ ਕਹਿੰਦੇ ਆ ਨਾ ਵੀ ਅਸੀਂ ਆਨੇ ਆ ਸੁਣ ਸੁਣਾ ਕੇ ਕਹਿ ਦਈਏ ਵੀ ਇਹ ਤੇ ਕੇਵਲ ਸੁਣਿਆ ਸੁਣਾਇਆ ਨਾ, ਵੀ ਪਰਮਾਤਮਾ ਐਡਾ ਵੱਡਾ ਹੋਵੇਗਾ, ਪਰਮਾਤਮਾ ਐਡਾ ਵੱਡਾ ਹੈ। ਤੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਵੀ ਉਹਨੂੰ ਵੇਖਣਾ ਹੈ ਤੇ ਉਹਦੇ ਜਿੱਡਾ ਹੋਣਾ ਚਾਹੀਦਾ। ਤੇ ਜਿਹਨੂੰ ਤੁਸੀਂ ਏਦਾਂ ਵੀ ਕਹਿ ਸਕਦੇ ਹੋ, ਸੁਣ ਵੱਡਾ ਆਖਿਆ ਸਭ ਕੋਏ, ਕੇਵੜ ਵੱਡਾ ਡਿਠਾ ਹੋਏ। ਜੇਕਰ ਕਿਸੇ ਨੇ ਵੇਖਿਆ ਹੋਵੇ ਤਾਂ ਹੀ ਬਿਆਨ ਕਰੇਗਾ। ਤੇ ਇਸੇ ਪ੍ਰਕਾਰ ਜਿਹੜਾ ਬ੍ਰਹਮ ਗਿਆਨੀ ਹੈ ਵੀ ਉਹਨੂੰ ਜਾਣਨਾ ਹੈ ਤੇ ਉਹਦੀ ਗਤ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ, ਉਹਦੀ ਬਰਾਬਰ ਦਾ ਹੀ ਜਾਣ ਸਕਦਾ ਹੈ, ਉਹਦੀ ਅਵਸਥਾ ਨੂੰ ਉਹੀ ਜਾਣੇਗਾ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ। ਹੁਣ ਬ੍ਰਹਮ ਗਿਆਨੀ ਦਾ ਅੰਤ ਨਹੀਂ ਪਾਇਆ ਜਾ ਸਕਦਾ, ਵੀ ਹੇ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਇਹੋ ਜਿਹੇ ਬ੍ਰਹਮ ਗਿਆਨੀ ਨੂੰ ਸਦਾ ਦੇ ਲਈ ਸਾਡੀ ਨਮਸਕਾਰ ਹੈ, ਸਦਾ ਉਹਦਾ ਨਮਸਕਾਰ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇੱਥੇ 27 ਨੰਬਰ ਵੇਖੋ, ਇੱਥੇ ਬ੍ਰਹਮ ਗਿਆਨੀ ਦੀ ਵਾਹਿਗੁਰੂ ਨਾਲ ਅਭੇਦਤਾ ਵਰਣਨ ਕੀਤੀ ਗਈ ਹੈ ਵੀ ਪਰਮਾਤਮਾ ਤੇ ਬ੍ਰਹਮ ਗਿਆਨੀ ਇੱਕ ਹੋ ਗਏ। ਤੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਤੇ ਚੰਗੇ ਕੰਮ ਕਰਨ ਵਾਲੇ, ਬ੍ਰਹਮ ਦਾ ਗਿਆਨ ਲੈਣ ਵਾਲੇ ਜਿਹੜੇ ਮਨੁੱਖ ਨੇ, ਗੁਰਮੁਖ ਜਨ ਨੇ, ਹਾਂ ਸਰੀਰਕ ਤੌਰ ਤੇ ਉਹ ਜਾ ਸਕਦੇ ਨੇ, ਪਰ ਵਿਚਾਰਾਂ ਦੇ ਤੌਰ ਤੇ ਉਹ ਹਮੇਸ਼ਾ ਸਾਡੇ ਨਾਲ ਨੇ। 10 ਗੁਰੂ ਸਾਹਿਬਾਨ, 35 ਮਹਾਂਪੁਰਸ਼, ਜਾਂ ਤੁਸੀਂ ਉਹ ਲਾ ਲਵੋ ਜਿਨ੍ਹਾਂ ਨੇ ਸਮਾਜ ਦੇ ਲਈ ਕੋਈ ਚੰਗੇ ਕੰਮ ਕੀਤੇ ਹੋਣ। ਕੋਈ ਵੀ ਭਲਾਈ ਦਾ ਕੰਮ ਹੋਵੇਗਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਚੰਗੇ ਕੰਮ ਕੀਤੇ ਨੇ। ਮਾੜੇ ਨੂੰ ਕੋਈ ਕਿੰਨਾ ਕੁ ਯਾਦ ਕਰਦਾ ਹੈ। ਕੋਈ ਸਾਡੇ ਵਿੱਚੋਂ ਚਲਾ ਜਾਵੇ, ਪਰਿਵਾਰ ਦੇ ਵਿੱਚੋਂ ਚਲਾ ਜਾਂਦਾ ਹੈ, 1 ਮਹੀਨਾ, 1 ਸਾਲ, 2 ਸਾਲ, 1 ਪੀੜ੍ਹੀ ਯਾਦ ਕੀਤਾ ਜਾਵੇਗਾ, 2 ਪੀੜ੍ਹੀਆਂ ਯਾਦ ਕੀਤਾ ਜਾਵੇ, ਬੰਦਾ ਭੁੱਲ ਜਾਂਦਾ। ਪਰ ਜਿਹੜਾ ਕੋਈ ਚੰਗੇ ਕੰਮ ਕਰਨ ਵਾਲਾ ਹੈ, ਭਾਵੇਂ 10 ਪੀੜ੍ਹੀਆਂ ਲੰਘ ਜਾਣ, ਫਿਰ ਵੀ ਕਹਿੰਦਾ ਵੀ ਭਾਈ ਫਲਾਣਾ ਬੰਦਾ ਸਾਡੀ ਪੀੜ੍ਹੀ ਦੇ ਵਿੱਚੋਂ ਸੀ, ਵੀ ਉਹਨੇ ਚੰਗਾ ਕੰਮ ਕੀਤਾ ਹੈ। ਜੋ ਸਦਾ ਚੰਗੇ ਕੰਮ ਕਰਨ ਵਾਲਾ ਹੈ, ਸਮਾਜ ਦੀ ਭਲਾਈ ਕਰਨ ਵਾਲਾ ਹੈ, ਪਰਮਾਤਮਾ ਦਾ ਸਿਮਰਨ ਕਰਨ ਵਾਲਾ ਹੈ, ਪਰਮਾਤਮਾ ਦਾ ਨਾਮ ਜਪਣ ਵਾਲਾ ਹੈ, ਉਹ ਕਦੇ ਵੀ ਮਰਦਾ ਨਹੀਂ, ਉਹਦੇ ਵਿਚਾਰ ਨਹੀਂ ਮਰਦੇ। ਹਾਂ ਤਨ ਦੇ ਤੌਰ ਤੇ ਸਾਰਿਆਂ ਨੇ ਬਿਨਸਣਾ, ਇੱਕ ਨਾ ਇੱਕ ਦਿਨ ਸੰਸਾਰ ਦੇ ਉੱਤੋਂ ਜਾਣਾ ਹੈ, ਪਰ ਉਹਦੇ ਜਿਹੜੇ ਵਿਚਾਰ ਨੇ, ਉਹਦੇ ਜਿਹੜੇ ਉਪਦੇਸ਼ ਨੇ, ਮਾਨਸਿਕ ਤੌਰ ਤੇ ਉਹ ਹਮੇਸ਼ਾ ਹੀ ਸਦਾ ਦੇ ਲਈ ਟਿਕਿਆ ਰਹਿੰਦਾ ਤੇ ਸਦਾ ਦੇ ਲਈ ਉਹ ਜਿੰਦਾ ਹੈ, ਉਹ ਸਦਾ ਜਿੰਦਾ ਰਹੇਗਾ।
ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਹੁਣ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਮੁਕਤ ਦਾ ਅਰਥ ਅਸੀਂ ਕਰਦੇ ਹਾਂ ਮੁਕਤੀ, ਜੁਗਤ ਦਾ ਰਸਤਾ ਅਸੀਂ ਕਹਿੰਦੇ ਹਾਂ ਢੰਗ, ਜੁਗਤ ਕੀ ਹੈ। ਤੇ ਹੁਣ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਜੀਆਂ ਦੇ ਲਈ ਮੁਕਤੀ ਦਾ ਇੱਕ ਰਸਤਾ ਦੱਸਣ ਵਾਲਾ, ਇੱਕ ਰਾਹ ਦੱਸਣ ਵਾਲਾ ਵੀ ਕਿਵੇਂ ਤੁਹਾਡੀ ਜਿਹੜੀ ਮੁਕਤੀ ਹੋ ਸਕਦੀ ਹੈ, ਕਿਵੇਂ ਤੁਸੀਂ ਆਪਣਾ ਪਾਰ ਉਤਾਰਾ ਕਰ ਸਕਦੇ ਹੋ, ਕਿਵੇਂ ਸੰਸਾਰ ਦੇ ਉੱਤੋਂ ਤੁਸੀਂ ਪਾਰ ਉਤਾਰਾ ਹੋ ਸਕਦਾ ਹੈ, ਤੁਸੀਂ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹੋ। ਇਹ ਜਿਹੜੀ ਜੀਵਨ ਜਾਂਚ ਹੈ ਇਹ ਬ੍ਰਹਮ ਗਿਆਨੀ ਕੋਲ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਤੇ ਉਹ ਜਿਹੜਾ ਬ੍ਰਹਮ ਗਿਆਨੀ ਹੈ ਵੀ ਉਹ ਪੂਰਨ ਹੈ, ਮਨੁੱਖਾਂ ਦੀ ਗਤ ਨੂੰ ਸੁਧਾਰਨ ਵਾਲਾ ਹੈ, ਜੀਵਨ ਨੂੰ ਸੋਹਣਾ ਬਣਾਉਣ ਵਾਲਾ ਵਿਦਾਤਾ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ। ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਹੁਣ ਬ੍ਰਹਮ ਗਿਆਨੀ ਅਨਾਥਾਂ ਦਾ ਅਨਾਥ ਹੈ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਉਹ ਸਾਰਿਆਂ ਨੂੰ ਬਰਾਬਰ ਜਾਣਦਾ ਹੈ, ਸਾਰਿਆਂ ਦੇ ਉੱਪਰ ਮਿਹਰ ਦਾ, ਦਇਆ ਦਾ ਹੱਥ ਕਰਦਾ ਹੈ। ਸਾਰੇ ਹਮੇਸ਼ਾ ਦੇ ਹਰ ਦੇ ਉੱਪਰ ਹਮੇਸ਼ਾ ਦਇਆ ਹੀ ਕਰੇਗਾ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕਾ ਸਗਲ ਆਕਾਰ। ਸਗਲ ਦਾ ਅਰਥ ਹੈ ਸਾਰਾ, ਆਕਾਰ ਸੰਸਾਰ ਲਾ ਲਵੋ, ਜੀਵ ਲਾ ਲਵੋ, ਵੀ ਇਹ ਸਾਰਾ ਸੰਸਾਰ ਹੀ ਉਹਨੂੰ ਆਪਣਾ ਆਪਣਾ ਜਾਪਦਾ ਹੈ, ਵੀ ਸਾਰਾ ਹੀ ਮੇਰਾ ਹੈ, ਮੇਰਾ ਪਰਿਵਾਰ ਹੈ। ਬ੍ਰਹਮ ਗਿਆਨੀ ਆਪ ਨਿਰੰਕਾਰ, ਕਿਉਂਕਿ ਬ੍ਰਹਮ ਗਿਆਨੀ ਆਪ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ, ਆਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਹੁਣ ਬ੍ਰਹਮ ਗਿਆਨੀ ਦੀ ਸ਼ੋਭਾ ਹੈ, ਉਹ ਬ੍ਰਹਮ ਗਿਆਨੀ ਨੂੰ ਹੀ ਚੰਗੀ ਲੱਗਦੀ ਹੈ, ਉਹਨੂੰ ਹੀ ਬਣ ਹੁੰਦੀ ਹੈ। ਹੋਰ ਕਿਸੇ ਦੀ ਤੁਸੀਂ ਉਪਮਾ ਕਰੀ ਜਾਵੋ, ਕੋਈ ਫਾਇਦਾ ਨਹੀਂ। ਜਿਹੜੀ ਬ੍ਰਹਮ ਗਿਆਨੀ ਦੀ ਸ਼ੋਭਾ ਹੈ ਉਹ ਉਸ ਨੂੰ ਹੀ ਭਾਵੇਗੀ, ਉਹਨੂੰ ਹੀ ਚੰਗੀ ਲੱਗੇਗੀ, ਕਿਉਂਕਿ ਬ੍ਰਹਮ ਗਿਆਨੀ ਸਰਬ ਕਾ ਧਨੀ। ਕਿਉਂਕਿ ਜਿਹੜਾ ਬ੍ਰਹਮ ਗਿਆਨੀ ਹੈ ਉਹ ਸਰਬ ਦਾ ਧਨੀ ਹੈ। ਇੱਧਰ ਲਿਖਿਆ ਹੋਇਆ ਹੈ, ਬਣੀ ਦਾ ਅਰਥ ਫੱਬਦੀ ਹੈ, ਭਾਵ ਹੋਰ ਕੋਈ ਉਸ ਦੀ ਸ਼ਾਨ ਦੇ ਲਾਇਕ ਨਹੀਂ ਹੈ, ਉਹਦੇ ਬਰਾਬਰ ਨਹੀਂ ਹੈ। ਤੇ ਧਨੀ ਦਾ ਅਰਥ ਇੱਧਰ ਦਿੱਤਾ ਹੋਇਆ ਵੀ ਮਾਲਕ, ਉਹ ਸਭ ਦਾ ਮਾਲਕ ਹੈ। ਇੱਥੋਂ ਤੱਕ ਹੁਣ 8 ਆਪਣੀਆਂ ਅਸ਼ਟਪਦੀਆਂ ਹੋਈਆਂ ਨੇ। ਇਹਦੇ ਤੋਂ ਅਗਲੀ ਜਿਹੜੀ ਅਸ਼ਟਪਦੀ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰਾਂਗੇ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਣ, ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣ ਜੀ। ਵਿਚਾਰਾਂ ਦੀ ਸਮਾਪਤੀ। ਬੁਲਾਓ ਜੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।